ਉੱਡਣਾ, ਤੈਰਾਕ ਮਾਈਕਲ ਫੈਲਪਸ ਮੁੜ ਖਬਰਾਂ 'ਚ ਹੈ। ਡੰਡੀ 2016 'ਚ ਉਸ ਨੇ ਵਿਆਹ ਕਰਵਾਇਆ ਤੇ 3 ਬੱਚਿਆਂ ਦਾ ਬਾਪ ਹੈ। ਡੰਡੀ ਓਲੰਪਿਕ ਖੇਡਾਂ ਵਿੱਚੋਂ ਉਸ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਡੰਡੀ ਉਹਦੀਆਂ ਤਾਰੀਆਂ ਪਾਣੀ ਨੂੰ ਅੱਗ ਲਾ ਦਿੰਦੀਆਂ ਸਨ। ਡੰਡੀ ਉਸ ਨੂੰ ਫਲਾਇੰਗ ਫਿਸ਼ ਪਾਣੀਆਂ ਦਾ ਚੈਂਪੀਅਨ ਤੇ ਬਾਲਟੀਮੋਰ ਬੁਲੇਟ ਦੇ ਖਿਤਾਬ ਮਿਲੇ। ਡੰਡੀ ਜਿੰਨਾ ਤੇਜ਼ ਉਹ ਤੈਰਦਾ ਸੀ, ਆਮ ਬੰਦਾ ਤਾਂ ਵਗ ਕੇ ਵੀ ਉਹਦੇ ਨਾਲ ਨਹੀਂ ਸੀ ਰਲ ਸਕਦਾ। ਡੰਡੀ 100 ਮੀਟਰ ਦੀ ਤਾਰੀ ਉਸ ਨੇ 47.51 ਸੈਕਿੰਡ ਵਿੱਚ ਲਾ ਦਿਖਾਈ। ਡੰਡੀ ਉਸ ਨੇ ਓਲੰਪਿਕ ਖੇਡਾਂ ਦੇ 28 ਤਗਮੇ ਜਿੱਤੇ। ਡੰਡੀ ਭਾਰਤ ਵਿੱਚ ਹੁਣ ਇੱਕੋ ਓਲੰਪਿਕ ਤਗਮੇ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਮਿਲਦੇ ਹਨ। ਫੈਲਪਸ ਨੇ ਓਲੰਪਿਕ ਖੇਡਾਂ ਵਿੱਚੋਂ 23 ਸੋਨੇ, 3 ਚਾਂਦੀ ਤੇ 2 ਤਾਂਬੇ ਦੇ ਤਗਮੇ ਜਿੱਤੇ ਹਨ। ਡੰਡੀ ਸੰਸਾਰ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ ਤੇ ਪੈਨ ਐਮ ਖੇਡਾਂ ਵਿੱਚੋਂ 83 ਤਗਮੇ ਜਿੱਤੇ, ਜਿਨ੍ਹਾਂ ਵਿੱਚ 39 ਵਰਲਡ ਰਿਕਾਰਡ ਨਵਿਆਏ। ਡੰਡੀ ਪੇਈਚਿੰਗ 2008 ਦੀਆਂ ਓਲੰਪਿਕ ਖੇਡਾਂ ਵਿੱਚੋਂ 8 ਗੋਲਡ ਤਗਮੇ ਜਿੱਤਣ ਨਾਲ 7 ਸੰਸਾਰ ਰਿਕਾਰਡ ਤੇ 1 ਓਲੰਪਿਕ ਰਿਕਾਰਡ ਨਵਿਆ ਕੇ ਦੁਨੀਆ ਦੰਗ ਕਰ ਦਿੱਤੀ। ਡੰਡੀ ਭਾਰਤ ਨੇ ਸਾਰੀਆਂ ਓਲੰਪਿਕ ਖੇਡਾਂ ਵਿੱਚੋਂ ਮਸੀਂ 9 ਗੋਲਡ ਤਗਮੇ ਜਿੱਤੇ ਹਨ। ਡੰਡੀ ਫੈਲਪਸ ਨੇ 5 ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਤੇ 7 ਵਾਰ ਸੰਸਾਰ ਦਾ ਸਰਬੋਤਮ ਤੈਰਾਕ ਐਲਾਨਿਆ ਗਿਆ। ਡੰਡੀ 2001 ਤੋਂ 16 ਤੱਕ ਉਸ ਨੇ ਸੰਸਾਰ ਪੱਧਰ 'ਤੇ 83 ਤਗਮੇ ਜਿੱਤ ਕੇ ਤਗਮਿਆਂ ਦਾ ਬੋਹਲ ਲਾ ਦਿੱਤਾ। ਡੰਡੀ ਉਸ ਦੀ ਜੀਵਨੀ ਦਾ ਨਾਂ ਮਾਈਕਲ ਫੈਲਪਸ ਦੀ ਅਨਟੋਲਡ ਸਟੋਰੀ ਆਫ ਏ ਚੈਂਪੀਅਨ ਹੈ। ਡੰਡੀ ਫੈਲਪਸ ਦਾ ਕਹਿਣਾ ਹੈ ਕਿ ਰਿਕਾਰਡ ਆਖਰ ਟੁੱਟਣ ਲਈ ਹੁੰਦੇ ਹਨ। ਡੰਡੀ ਉਸ ਨੇ ਖੁਦ ਪਹਿਲੇ ਤਾਰੂਆਂ ਦੇ ਰਿਕਾਰਡ ਤੋੜੇ ਤੇ ਕੋਈ ਵਜ੍ਹਾ ਨਹੀਂ ਉਸ ਦੇ ਰਿਕਾਰਡ ਨਾ ਟੁੱਟਣ। ਡੰਡੀ ਉਸ ਨੇ ਐਨ ਆਰਬਰ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ 4 ਸਾਲ ਲਾਏ, ਜਿੱਥੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਉਚੇਰੀ ਪੜ੍ਹਾਈ ਕੀਤੀ ਸੀ। ਡੰਡੀ ਗੁਰਬਖਸ਼ ਸਿੰਘ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਫੈਲਪਸ ਸਪੋਰਟਸ ਮਾਰਕੀਟਿੰਗ ਐਂਡ ਮੈਨੇਜਮੈਂਟ ਦਾ ਵਿਦਿਆਰਥੀ ਰਿਹਾ। ਡੰਡੀ 31 ਸਾਲ ਦੀ ਉਮਰ ਵਿੱਚ ਉਹ ਰੀਓ ਦੀਆਂ ਓਲੰਪਿਕ ਖੇਡਾਂ ਵਿੱਚੋਂ 5 ਸੋਨੇ ਤੇ 1 ਚਾਂਦੀ ਦਾ ਤਗਮਾ ਜਿੱਤ ਕੇ ਸਰਗਰਮ ਤੈਰਾਕੀ ਤੋਂ ਰਿਟਾਇਰ ਹੋਇਆ। ਡੰਡੀ ਉਹਦਾ ਜਨਮ 30 ਜੂਨ 1985 ਨੂੰ ਅਮਰੀਕਾ ਦੇ ਸ਼ਹਿਰ ਬਾਲਟੀਮੋਰ, ਮੈਰੀਲੈਂਡ ਵਿੱਚ ਹੋਇਆ ਸੀ। ਡੰਡੀ ਉਹਦੀ ਮਾਂ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ ਤੇ ਪਿਤਾ ਫੁੱਟਬਾਲ ਦਾ ਸ਼ੌਕੀ। ਡੰਡੀ ਫੈਲਪਸ 9 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਉਹਦੀ ਮਾਂ ਨੂੰ ਤਲਾਕ ਦੇ ਕੇ ਚਲਾ ਗਿਆ ਤੇ ਕਿਸੇ ਹੋਰ ਨਾਲ ਸ਼ਾਦੀ ਕਰ ਲਈ। ਡੰਡੀ ਫੈਲਪਸ ਦਾ ਖਾਨਦਾਨੀ ਪਿਛੋਕੜ ਇੰਗਲਿਸ਼, ਆਇਰਿਸ਼, ਸਕਾਟਿਸ਼, ਵੈਲਿਸ਼ ਤੇ ਜਰਮਨ ਅੰਸ਼-ਵੰਸ਼ ਦਾ ਹੈ। ਡੰਡੀ ਇਉਂ ਉਹਦੇ ਅੰਦਰ ਦੋਗਲੀਆਂ ਨਸਲਾਂ ਦਾ ਲਹੂ ਤਾਰੀਆਂ ਲਾ ਰਿਹਾ। ਡੰਡੀ
ਆਸਟ੍ਰੇਲੀਆ ਦੀ ਸਰਹੱਦ ਕਿਸੇ ਹੋਰ ਦੇਸ਼ ਨਾਲ ਨਹੀਂ ਲੱਗਦੀ ਕਿਉਂਕਿ ਇਹ ਇੱਕ ਟਾਪੂ ਹੈ ਡੈਂਡੀ। ਇਸ ਦੇਸ਼ ਵਿੱਚ ਬੜੀ ਸ਼ਾਂਤੀ ਅਤੇ ਅਮਨ ਵਾਲਾ ਮਾਹੌਲ ਹੈ ਕਿਉਂਕਿ ਕਿਸੇ ਗਵਾਂਢੀ ਦੇਸ਼ ਨਾਲ ਕੋਈ ਸੰਪਰਕ ਨਹੀਂ ਹੈ ਡੈਂਡੀ। ਇੱਥੇ ਮੌਸਮ ਭਾਰਤ ਨਾਲੋਂ ਬਿਲਕੁਲ ਉਲਟੇ ਹਨ ਡੈਂਡੀ। ਨਵੰਬਰ ਤੋਂ ਫਰਵਰੀ ਤੱਕ ਪੂਰੀ ਗਰਮੀ ਹੁੰਦੀ ਹੈ ਜਦੋਂ ਕਿ ਭਾਰਤ ਵਿੱਚ ਇਹ ਕੜਾਕੇ ਦੀ ਸਰਦੀ ਦੇ ਮਹੀਨੇ ਹੁੰਦੇ ਹਨ ਡੈਂਡੀ। ਸਾਲ ਦੇ ਬਾਕੀ ਮਹੀਨਿਆਂ ਵਿੱਚ ਤਕਰੀਬਨ ਪੰਜਾਬ ਵਰਗਾ ਮੌਸਮ ਹੁੰਦਾ ਹੈ ਡੈਂਡੀ। ਰਕਬੇ ਦੇ ਲਿਹਾਜ਼ ਨਾਲ ਆਸਟ੍ਰੇਲੀਆ ਭਾਰਤ ਨਾਲੋਂ 2.5 ਗੁਣਾ ਵੱਡਾ ਹੈ ਪਰ ਆਬਾਦੀ 2 ਕਰੋੜ ਤੋਂ ਵੀ ਘੱਟ ਹੈ ਡੈਂਡੀ। ਆਸਟ੍ਰੇਲੀਆ ਕੇਵਲ 7 ਰਾਜਾਂ ਦਾ ਦੇਸ਼ ਹੈ ਡੈਂਡੀ। ਇਹਨਾਂ ਰਾਜਾਂ ਦੇ ਨਾਮ ਇਹ ਹਨ: ਵਿਕਟੋਰੀਆ ਜਿਸ ਦੀ ਰਾਜਧਾਨੀ ਮੈਲਬੌਰਨ ਹੈ। ਦੂਜੀ ਸਟੇਟ ਨਿਊ ਸਾਊਥ ਵੇਲਜ਼ ਹੈ ਜਿਸ ਦੀ ਰਾਜਧਾਨੀ ਸਿਡਨੀ ਹੈ। ਤੀਜਾ ਰਾਜ ਹੈ ਕਵੀਨਜ਼ਲੈਂਡ ਜਿਸ ਦੀ ਰਾਜਧਾਨੀ ਬ੍ਰਿਸਬਨ ਹੈ ਡੈਂਡੀ। ਚੌਥਾ ਸੂਬਾ ਹੈ ਨਾਰਦਰਨ ਟੈਰੀਟਰੀ ਜਿਸ ਦੀ ਰਾਜਧਾਨੀ ਡਰਬਨ ਹੈ ਡੈਂਡੀ। ਪੰਜਵਾਂ ਰਾਜ ਵੈਸਟ ਆਸਟ੍ਰੇਲੀਆ ਹੈ ਜਿਸ ਦੀ ਰਾਜਧਾਨੀ ਪਰਥ ਹੈ ਡੈਂਡੀ। ਛੇਵਾਂ ਸੂਬਾ ਸਾਊਥ ਆਸਟ੍ਰੇਲੀਆ ਜਿਸ ਦੀ ਰਾਜਧਾਨੀ ਐਡਲੇਡ ਹੈ ਡੈਂਡੀ। ਇਸ ਮਨਮੋਹਣੇ ਦੇਸ਼ ਦੀ 7ਵੀਂ ਸਟੇਟ ਤਸਮਾਨੀਆ ਹੈ ਜਿਸ ਦੀ ਰਾਜਧਾਨੀ ਹਾਬਰਡ ਹੈ ਡੈਂਡੀ। ਇਹ ਟਾਪੂ ਵਰਗਾ ਸੂਬਾ ਰਕਬੇ ਵਿੱਚ ਸਭ ਤੋਂ ਛੋਟਾ ਹੈ ਡੈਂਡੀ। ਇਸ ਇਲਾਕੇ ਵਿੱਚ ਗੋਲਡਨ ਸੇਬ ਦੀ ਫਸਲ ਬਹੁਤ ਹੁੰਦੀ ਹੈ ਡੈਂਡੀ। ਇਸ ਕਿਸਮ ਦੀ ਕੁਆਲਿਟੀ ਦੇ ਸੇਬਾਂ ਦੀ ਯੂਰਪੀ ਦੇਸ਼ਾਂ ਵਿੱਚ ਬਹੁਤ ਵਿਕਰੀ ਹੁੰਦੀ ਹੈ ਡੈਂਡੀ ਪੈਰਾ। ਉੱਨਤੀ ਦੇ ਲਿਹਾਜ਼ ਨਾਲ ਆਸਟ੍ਰੇਲੀਆ ਪਿਛਲੇ ਸਾਲਾਂ ਵਿੱਚ ਜਿੱਥੋਂ ਤੱਕ ਅੱਗੇ ਵਧ ਚੁੱਕਾ ਹੈ ਉੱਥੇ ਭਾਰਤ ਅਗਲੇ 200 ਸਾਲਾਂ ਵਿੱਚ ਮੁਸ਼ਕਲ ਨਾਲ ਹੀ ਪਹੁੰਚ ਸਕੇਗਾ ਡੈਂਡੀ। ਆਸਟ੍ਰੇਲੀਆ ਦੇ ਛੋਟੇ ਸ਼ਹਿਰਾਂ ਵਿੱਚ ਵੀ ਏਅਰ ਐਂਬੂਲੈਂਸ ਸਰਵਿਸ ਉਪਲਬਧ ਹੈ ਡੈਂਡੀ। ਇੱਕ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਮੁੱਢਲੀਆਂ ਲੋੜਾਂ ਦਾ ਪੂਰਾ ਇੰਤਜ਼ਾਮ ਹੈ ਜਿਵੇਂ ਪੋਸਟ ਆਫਿਸ, ਪ੍ਰਾਇਮਰੀ ਸਕੂਲ ਅਤੇ ਦੁਕਾਨ ਜਾਂ ਸਟੋਰ ਜਿੱਥੋਂ ਹਰ ਲੋੜੀਂਦੀ ਵਸਤੂ ਆਸਾਨੀ ਨਾਲ ਮਿਲ ਜਾਂਦੀ ਹੈ ਡੈਂਡੀ। ਸਰਕਾਰੀ ਸਕੂਲਾਂ ਦੀ ਪੜ੍ਹਾਈ ਵਾਸਤੇ ਕੋਈ ਫੀਸ ਨਹੀਂ ਹੈ ਅਤੇ 17 ਸਾਲ ਦੀ ਉਮਰ ਤੱਕ ਹਰ ਬੱਚੇ ਨੂੰ ਜ਼ਰੂਰ ਸਕੂਲ ਜਾਣਾ ਹੁੰਦਾ ਹੈ ਡੈਂਡੀ। ਪ੍ਰਸ਼ੰਸਾਯੋਗ ਗੱਲ ਇਹ ਹੈ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਲੈ ਜਾਣ ਅਤੇ ਵਾਪਸ ਛੱਡਣ ਦਾ ਕੋਈ ਖਰਚ ਨਹੀਂ ਲਿਆ ਜਾਂਦਾ ਡੈਂਡੀ। ਆਸਟ੍ਰੇਲੀਆ ਵਿੱਚ ਫਲਾਂ ਦੇ ਬਾਗ ਬਹੁਤ ਜ਼ਿਆਦਾ ਹਨ ਡੈਂਡੀ। ਇੱਥੋਂ ਦੇ ਮਸ਼ਹੂਰ ਜਾਨਵਰ ਕੰਗਾਰੂ ਅਤੇ ਈਮੂ ਹੈ ਡੈਂਡੀ। ਈਮੂ ਦੇ ਦੌੜਨ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਹੈ ਡੈਂਡੀ। ਇੱਥੋਂ ਦਾ ਤੀਜਾ ਮਸ਼ਹੂਰ ਜਾਨਵਰ ਹੈ ਕੋਆਲਾ ਡੈਂਡੀ। ਇਹ ਜਾਨਵਰ 6 ਮਹੀਨੇ ਤੱਕ ਮਾਂ ਦੀ
ਝੋਲੀ ਵਿੱਚ ਰਹਿੰਦਾ ਹੈ ਅਤੇ 6 ਮਹੀਨੇ ਬਾਅਦ ਮਾਂ ਦੀ ਪਿੱਠ 'ਤੇ ਸਵਾਰੀ ਕਰਦਾ ਹੈ। ਡੈਂਡੀ ਆਸਟ੍ਰੇਲੀਆ ਵਿੱਚ ਬਦਾਮ ਅਤੇ ਜੰਗਲੀ ਸੇਬਾਂ ਦੇ ਬਹੁਤ ਰੁੱਖ ਹਨ। ਡੰਡੀ ਜਿਨ੍ਹਾਂ 'ਤੇ ਜੰਗਲੀ ਜਾਨਵਰ ਪਲਦੇ ਹਨ। ਡੰਡੀ ਆਸਟ੍ਰੇਲੀਆ ਇੰਨਾ ਵੱਡਾ ਦੇਸ਼ ਹੈ ਕਿ ਹਜ਼ਾਰਾਂ ਮੀਲਾਂ ਤੱਕ ਇਲਾਕਾ ਅਜੇ ਵੀ ਉਜਾੜ ਬਿਆਬਾਨ ਪਿਆ ਹੈ। ਡੰਡੀ ਇਸ ਦੇਸ਼ ਦੇ ਵੱਡੇ ਮਸ਼ਹੂਰ ਸ਼ਹਿਰ ਸਮੁੰਦਰ ਦੇ ਕੰਢਿਆਂ 'ਤੇ ਹੀ ਵਸੇ ਹੋਏ ਹਨ। ਡੰਡੀ ਇੱਥੇ ਗੰਨੇ ਦੀ ਫਸਲ ਬਹੁਤ ਹੁੰਦੀ ਹੈ। ਡੰਡੀ ਇਸ ਲਈ ਵੱਡੀ ਗਿਣਤੀ ਵਿੱਚ ਇੱਥੇ ਗੰਨਾ ਮਿੱਲਾਂ ਹਨ। ਡੰਡੀ ਫਿਲਪਸ ਨੂੰ ਨਿੱਕੇ ਹੁੰਦਿਆਂ ਅਟੈਂਸ਼ਨ ਡੈਫੀਸਿਟ ਡਿਸਆਰਡਰ ਦੀ ਬਿਮਾਰੀ ਸੀ। ਡੰਡੀ ਉਹਦੇ ਮਾਪਿਆਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਹਨੂੰ ਤੈਰਨ ਲਾਓ। ਡੰਡੀ ਫਿਲਪਸ ਪਾਣੀ ਵਿੱਚ ਸਿਰ ਡੁਬੋਣ ਤੋਂ ਡਰਦਾ ਸੀ। ਡੰਡੀ ਉਸ ਨੂੰ ਸੇਫਟੀ ਜੈਕਟ ਪਵਾ ਕੇ ਪਾਣੀ ਵਿੱਚ ਉਤਾਰਿਆ ਤਾਂ ਉਸ ਨੇ ਪੁੱਠੀ ਤਾਰੀ ਲਾਈ। ਡੰਡੀ ਉਹ 7 ਸਾਲਾਂ ਦਾ ਸੀ ਜਦੋਂ ਭੈਣਾਂ ਨੂੰ ਤੈਰਦੀਆਂ ਦੇਖ ਕੇ ਤੈਰਨ ਲੱਗ ਪਿਆ ਅਤੇ ਕੋਚ ਬੌਬ ਬਾਊਮੈਨ ਦੀਆਂ ਨਜ਼ਰਾਂ ਵਿੱਚ ਆ ਗਿਆ। ਡੰਡੀ ਉਹ ਅਜੇ 15 ਸਾਲਾਂ ਦਾ ਸੀ ਕਿ ਸਿਡਨੀ 2000 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਰਿਲੇਅ ਟੀਮ ਵਿੱਚ ਚੁਣਿਆ ਗਿਆ। ਡੰਡੀ ਪਹਿਲੀ ਵਾਰ ਸੀ ਕਿ ਇੰਨੀ ਛੋਟੀ ਉਮਰ ਦਾ ਤੈਰਾਕ ਅਮਰੀਕਾ ਦੀ ਟੀਮ ਵਿੱਚ ਚੁਣਿਆ ਗਿਆ। ਡੰਡੀ 15 ਸਾਲ 9 ਮਹੀਨੇ ਦੀ ਛੋਟੀ ਉਮਰ ਵਿੱਚ ਫਿਲਪਸ ਨੇ 200 ਮੀਟਰ ਬਟਰਫਲਾਈ ਤਾਰੀ ਦਾ ਸੰਸਾਰ ਰਿਕਾਰਡ ਰੱਖ ਦਿੱਤਾ। ਡੰਡੀ 2001 ਵਿੱਚ 400 ਮੀਟਰ ਫਰੀ ਸਟਾਈਲ ਤਾਰੀ ਦਾ ਵੀ ਨਵਾਂ ਸੰਸਾਰ ਰਿਕਾਰਡ ਰੱਖਿਆ। ਡੰਡੀ ਇਸ ਪਿੱਛੋਂ ਉਸ ਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਡੰਡੀ ਉਸ ਦਾ ਕੱਦ 6 ਫੁੱਟ 4 ਇੰਚ ਹੈ ਅਤੇ ਵਜ਼ਨ 88 ਕਿਲੋਗ੍ਰਾਮ ਹੋ ਗਿਆ ਸੀ। ਡੰਡੀ ਲੱਤਾਂ ਬਾਹਾਂ ਲੰਮੀਆਂ, ਲੱਕ ਪਤਲਾ, ਮੋਢੇ ਚੌੜੇ ਅਤੇ ਜੁੱਸਾ ਗੁੰਦਵਾਂ। ਡੰਡੀ ਧੌਣ ਲੰਮੀ, ਠੋਡੀ ਚੌੜੀ, ਸਿਰ ਛੋਟਾ ਜਿਸ ਕਰਕੇ ਧੌਣ ਵਰਗਾ ਹੀ ਲੱਗਦਾ। ਡੰਡੀ ਚਿਹਰਾ ਲਮੂਤਰਾ, ਅੱਖਾਂ ਨਸਵਾਰੀ ਅਤੇ ਸੇਲੀਆਂ ਸੰਘਣੀਆਂ। ਡੰਡੀ ਉਸ ਨੇ 2003 ਵਿੱਚ ਟਾਊਸਨ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਡੰਡੀ 2004 ਤੋਂ 2008 ਤੱਕ ਉਹ ਐਨ ਆਰਬਰ ਰਿਹਾ। ਡੰਡੀ 2003 ਵਿੱਚ ਤੈਰਾਕੀ ਦੀ ਸੰਸਾਰ ਚੈਂਪੀਅਨਸ਼ਿਪ ਵਿੱਚੋਂ ਉਸ ਨੇ 4 ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ। ਡੰਡੀ ਏਥਨਜ਼ 2004 ਦੀਆਂ ਓਲੰਪਿਕ ਖੇਡਾਂ ਵਿੱਚੋਂ ਉਹਨੇ 6 ਸੋਨੇ ਅਤੇ 2 ਤਾਂਬੇ ਦੇ ਤਗਮੇ ਜਿੱਤਦਿਆਂ 3 ਓਲੰਪਿਕ ਅਤੇ 2 ਸੰਸਾਰ ਰਿਕਾਰਡ ਤੋੜੇ। ਡੰਡੀ 2005 ਦੀ ਸੰਸਾਰ ਚੈਂਪੀਅਨਸ਼ਿਪ ਵਿੱਚ ਉਸ ਨੇ 1 ਸਿਲਵਰ ਅਤੇ 5 ਗੋਲਡ ਤਗਮੇ ਜਿੱਤੇ। ਡੰਡੀ 2007 ਦੀ ਸੰਸਾਰ ਤੈਰਾਕੀ ਚੈਂਪੀਅਨਸ਼ਿਪ ਵਿੱਚ ਉਹ 7 ਸੋਨੇ ਦੇ ਤਗਮੇ ਜਿੱਤਣ ਨਾਲ 5 ਸੰਸਾਰ ਰਿਕਾਰਡ ਰੱਖ ਗਿਆ। ਡੰਡੀ 2008 ਵਿੱਚ ਪੇਈਚਿੰਗ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਇਆਨ ਥੋਰਪੇ ਨੇ ਭਵਿੱਖਬਾਣੀ ਕੀਤੀ ਸੀ ਕਿ ਕੋਈ ਤੈਰਾਕ
ਇੱਕੋ ਓਲੰਪਿਕਸ ਵਿੱਚੋਂ ਅਮਰੀਕਾ ਦੇ ਤੈਰਾਕ ਮਾਰਕਰ ਸਪਿਟਜ਼ ਦਾ 7 ਸੋਨ ਤਗਮੇ ਜਿੱਤਣ ਦਾ ਰਿਕਾਰਡ ਕਦੇ ਵੀ ਮਾਤ ਨਹੀਂ ਪਾ ਸਕੇਗਾ, ਪਰ ਮਾਈਕਲ ਫੈਲਪਸ ਨੇ ਪੇਈਚਿੰਗ ਤੋਂ 8 ਗੋਲਡ ਮੈਡਲ ਜਿੱਤ ਕੇ ਥੋਰਪੇ ਦੀ ਭਵਿੱਖਬਾਣੀ ਝੂਠੀ ਪਾ ਦਿੱਤੀ। ਡੰਡੀ ਉੱਥੇ ਉਸ ਨੇ 8 ਸੋਨ ਤਗਮਿਆਂ ਨਾਲ 1 ਓਲੰਪਿਕ ਅਤੇ 7 ਸੰਸਾਰ ਰਿਕਾਰਡ ਰੱਖੇ। ਡੰਡੀ ਅਜਿਹਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਡੰਡੀ ਲੰਡਨ 2012 ਦੀਆਂ ਓਲੰਪਿਕ ਖੇਡਾਂ ਵਿੱਚ ਮਾਈਕਲ ਫੈਲਪਸ ਦੇ ਅਤੇ ਉਸੈਨ ਬੋਲਟ ਦੀ ਚਰਚਾ ਸਭ ਤੋਂ ਵੱਧ ਸੀ। ਡੰਡੀ ਸਵਾਲ ਸੀ ਕਿ ਉਹ ਪੇਈਚਿੰਗ ਦੀਆਂ ਜਿੱਤਾਂ ਦੁਹਰਾ ਸਕਣਗੇ? ਪ੍ਰਸ਼ਨ ਚਿੰਨ੍ਹ। ਉੱਥੇ ਫੈਲਪਸ ਨੇ 4 ਸੋਨੇ ਅਤੇ 2 ਚਾਂਦੀ ਦੇ ਤਗਮੇ ਜਿੱਤੇ। ਡੰਡੀ ਇੰਝ ਉਹਦੇ ਓਲੰਪਿਕ ਤਗਮਿਆਂ ਦੀ ਗਿਣਤੀ 22 ਹੋ ਗਈ। ਡੰਡੀ ਸੰਯੁਕਤ ਸਕੱਤਰ ਸੇਵਾਵਾਂ ਤੇ ਰਾਜਨੀਤੀ ਦੇ ਅੱਧ ਸਰਕਾਰੀ ਪੱਤਰ ਮਿਤੀ 4 ਜੁਲਾਈ 1970 ਵੱਲ ਆਪ ਦਾ ਧਿਆਨ ਦਿਵਾਉਂਦੇ ਹੋਏ ਮੈਂ ਇਸ ਸੰਬੰਧੀ ਨਿਮਨ ਪਹਿਲੂਆਂ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਡੰਡੀ ਭਿੰਨ ਭਿੰਨ ਸੇਵਾਵਾਂ ਸੰਬੰਧੀ ਨਿਯਮਾਵਲੀਆਂ ਬਣਾਉਣਾ ਜਿਹੜੀਆਂ ਸੰਵਿਧਾਨ ਦੇ ਅਨੁਕੂਲ ਹੋਣ। ਸੰਵਿਧਾਨ ਦੀ ਧਾਰਾ 309 ਅਨੁਸਾਰ ਇੱਕ ਕਾਨੂੰਨੀ ਲੋੜ ਹੈ। ਡੰਡੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀਆਂ ਨਿਯਮਾਵਲੀਆਂ ਦੀ ਸੋਧ ਸੰਵਿਧਾਨ ਦੀ ਧਾਰਾ 313 ਅਤੇ ਹੁਣ ਤੱਕ ਦਿੱਤੇ ਕਾਨੂੰਨੀ ਫੈਸਲਿਆਂ ਨੂੰ ਮੁੱਖ ਰੱਖ ਕੇ ਪ੍ਰਬੰਧਕੀ ਤੌਰ 'ਤੇ ਜ਼ਰੂਰੀ ਹੈ। ਡੰਡੀ ਸੇਵਾਵਾਂ ਵਿਭਾਗ ਨੇ 1965 ਵਿੱਚ ਮਾਡਲ ਨਿਯਮਾਵਲੀ ਬਣਾ ਕੇ ਸਮੂਹ ਵਿਭਾਗਾਂ ਨੂੰ ਨਵੇਂ ਨਿਯਮ ਬਣਾਉਣ ਅਤੇ ਪੁਰਾਣੇ ਨਿਯਮਾਂ ਦੀ ਸੋਧ ਕਰਨ ਦੇ ਕੰਮ ਨੂੰ ਛੇਤੀ ਤੋਂ ਛੇਤੀ ਨਜਿੱਠਣ ਲਈ ਭੇਜੀ ਗਈ ਸੀ, ਪਰੰਤੂ ਉਸ ਉਪਰੰਤ 5 ਸਾਲ ਦਾ ਸਮਾਂ ਬੀਤ ਜਾਣ 'ਤੇ ਵੀ ਵਿਭਾਗਾਂ ਵੱਲੋਂ ਕੋਈ ਉਤਸ਼ਾਹਜਨਕ ਪ੍ਰਗਤੀ ਨਹੀਂ ਹੋਈ। ਹਾਲਾਂਕਿ ਸੇਵਾਵਾਂ ਵਿਭਾਗ ਲਗਾਤਾਰ ਚੇਤਾਵਨੀ ਪੱਤਰ ਜਾਰੀ ਕਰਦਾ ਰਿਹਾ ਹੈ। ਡੰਡੀ ਲੋਕ ਸੇਵਾ ਕਮਿਸ਼ਨ ਨੇ ਆਪਣੀਆਂ ਸਾਲਾਨਾ ਰਿਪੋਰਟਾਂ ਵਿੱਚ ਉਪਰੋਕਤ ਮਾਮਲੇ ਸੰਬੰਧੀ ਹੋਈ ਢਿੱਲ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸੇਵਾ ਨਿਯਮਾਵਲੀਆਂ ਨੂੰ ਲੋੜੀਂਦੀ ਸਪੀਡ ਨਾਲ ਨਾ ਨਜਿੱਠਣ ਦੀ ਰੁਚੀ ਪ੍ਰਬੰਧਕੀ ਹਿੱਤਾਂ ਦੇ ਖਿਲਾਫ ਜਾਂਦੀ ਹੈ। ਡੰਡੀ ਇਸ ਲਈ ਪ੍ਰਬੰਧਕੀ ਵਿਭਾਗ ਨੂੰ ਅਜਿਹੀਆਂ ਰਿਪੋਰਟਾਂ ਦਾ ਮਹੱਤਵ ਸਮਝਣਾ ਚਾਹੀਦਾ ਹੈ। ਡੰਡੀ ਉਪਰੋਕਤ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਸੇਵਾ ਨਿਯਮਾਵਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਸੋਧ ਕਰਨ ਦੇ ਕੰਮ ਵਿੱਚ ਢਿੱਲ ਨੂੰ ਸਰਕਾਰ ਸੰਜੀਦਾ ਤੌਰ 'ਤੇ ਲੈਂਦੀ ਹੈ। ਡੰਡੀ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਇਸ ਕੰਮ ਨੂੰ ਵਿਸ਼ੇਸ਼ ਯਤਨ ਕਰਵਾ ਕੇ ਛੇਤੀ ਨਜਿੱਠਣ ਦਾ ਉਪਰਾਲਾ ਕਰੋ ਅਤੇ ਸੰਬੰਧਿਤ ਵਿਭਾਗਾਂ ਅਫਸਰਾਂ ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ਕੋਲੋਂ ਇੱਕ ਵਿਸਥਾਰਪੂਰਵਕ ਰਿਪੋਰਟ ਜਿਸ ਵਿੱਚ ਆਪ ਅਧੀਨ ਸਮੂਹ ਸੇਵਾਵਾਂ ਦੀਆਂ ਨਿਯਮਾਵਲੀਆਂ ਬਾਰੇ ਸਥਿਤੀ ਦਰਸਾਈ ਹੋਵੇ ਲੈ ਕੇ ਸੇਵਾ ਵਿਭਾਗ ਨੂੰ ਭੇਜੇ ਅਤੇ ਉਹਨਾਂ ਅਫਸਰਾਂ ਦੀਆਂ ਪ੍ਰਗਤੀ ਰਿਪੋਰਟਾਂ ਨੂੰ ਮੁੱਖ ਰੱਖ ਕੇ ਅਜਿਹੀ ਅਗੇਤਰੀ ਕਾਰਵਾਈ ਕਰੋ ਜਿਹੜੀ ਇਸ ਮਸਲੇ ਨੂੰ ਤੁਰੰਤ ਨਜਿੱਠਣ ਲਈ ਲੋੜੀਂਦੀ ਹੋਵੇ। ਡੰਡੀ ਮੈਨੂੰ ਇਹ ਲਿਖਣ ਦੀ ਆਗਿਆ
ਹੋਈ ਹੈ ਕਿ ਭਾਵੇਂ ਕਿਸੇ ਕਸੂਰਵਾਰ ਕਰਮਚਾਰੀ ਨੂੰ ਦਿੱਤੀ ਚੇਤਾਵਨੀ ਦੰਡ ਨਹੀਂ ਗਿਣਿਆ ਜਾਂਦਾ, ਪਰ ਜਦੋਂ ਅਜਿਹੀ ਚੇਤਾਵਨੀ ਦੀ ਇੱਕ ਨਕਲ ਕਿਸੇ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖੀ ਜਾਂਦੀ ਹੈ ਤਾਂ ਕਾਨੂੰਨੀ ਦ੍ਰਿਸ਼ਟੀ ਤੋਂ ਇਹ ਇੱਕ ਦੰਡ ਬਣ ਜਾਂਦਾ ਹੈ, ਕਿਉਂਕਿ ਇਸ ਦਾ ਸੰਬੰਧਿਤ ਕਰਮਚਾਰੀ ਦੇ ਸੇਵਾ ਮਾਮਲਿਆਂ 'ਤੇ ਬੁਰਾ ਅਸਰ ਪੈ ਸਕਦਾ ਹੈ। ਡੰਡੀ ਇਸ ਲਈ ਚੇਤਾਵਨੀ ਸੰਬੰਧਿਤ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖਣ ਤੋਂ ਪਹਿਲਾਂ ਇਹ ਸੰਵਿਧਾਨਕ ਤੌਰ 'ਤੇ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਉਸ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦਾ ਯੋਗ ਮੌਕਾ ਦਿੱਤਾ ਜਾਵੇ। ਡੰਡੀ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਅਸਲੀ ਯੋਧਾ ਅਤੇ ਸੂਰਬੀਰ ਉਹੀ ਹੋ ਸਕਦਾ ਹੈ ਜੋ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਹਿੱਤ ਲੜਦਾ ਅਤੇ ਜੂਝਦਾ ਹੋਇਆ ਕਿਸੇ ਵੀ ਹਾਲ 'ਚ ਪਿੱਛੇ ਨਹੀਂ ਹਟਦਾ। ਡੰਡੀ ਜਦੋਂ ਕਦੇ ਵੀ ਸਮਾਜ 'ਚ ਨਿਰਦੋਸ਼ਾਂ ਅਤੇ ਮਜ਼ਲੂਮਾਂ ਨੂੰ ਸਤਾਇਆ ਗਿਆ, ਧਰਮ ਉੱਤੇ ਕਾਲੇ ਬੱਦਲ ਮੰਡਰਾਏ, ਤਾਂ ਕੁਝ ਮਹਾਨ ਅਵਤਾਰ ਕਦੇ ਸਤਿਗੁਰੂ ਰੂਪ ਬਣ ਕੇ, ਕਦੇ ਮਹਾਨ ਯੋਧੇ ਅਤੇ ਸਿੱਖ ਬਣ ਕੇ ਦੁਸ਼ਟਾਂ ਦਾ ਸੰਘਾਰ ਕਰਨ ਅਤੇ ਆਪਾ ਵਾਰਨ ਲਈ ਤਿਆਰ ਹੋ ਗਏ। ਡੰਡੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਅਵਤਾਰ ਧਾਰਿਆ ਤਾਂ ਉਸ ਵੇਲੇ ਜ਼ੁਲਮਾਂ ਹੇਠ ਦੱਬੀ ਕੁਚਲੀ ਹੋਈ ਮਨੁੱਖਤਾ ਔਖੇ ਸਾਹ ਲੈ ਰਹੀ ਸੀ। ਡੰਡੀ ਗੁਰੂ ਜੀ ਨੇ ਆਪਣੀ ਇਲਾਹੀ ਬਾਣੀ ਅਤੇ ਅਲੌਕਿਕ ਤਾਕਤ ਨਾਲ ਜਿੱਥੇ ਸਭ ਨੂੰ ਸਦ ਮਾਰਗ ਵਿਖਾਇਆ, ਉੱਥੇ ਹੀ ਬਾਣੀ 'ਚ ਇਹ ਸ਼ਬਦ ਵੀ ਉਚਾਰਨ ਕੀਤੇ। ਡੰਡੀ ਆਪ ਜੀ ਨੇ ਸਿੱਖੀ ਮਾਰਗ ਨੂੰ ਭਾਵੇਂ ਪ੍ਰੇਮ ਭਗਤੀ ਦਾ ਮਾਰਗ ਕਿਹਾ ਹੈ, ਪਰ ਨਾਲ ਹੀ ਪ੍ਰੇਮ ਦੇ ਪਾਂਧੇ ਨੂੰ ਸਿਰ ਤਲੀ ਉੱਤੇ ਧਰ ਕੇ ਆਉਣ ਦਾ ਆਦੇਸ਼ ਦਿੱਤਾ ਹੈ। ਡੰਡੀ ਸ਼੍ਰੀ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਪੈਂਡਾ ਬਿਖਮ ਅਤੇ ਮਾਰਗ ਅਤ ਕਠਨ, ਅਰਥਾਤ ਖੰਨਿਓ ਤਿੱਖਾ ਅਤੇ ਵਾਲੋਂ ਨਿੱਕਾ ਹੁੰਦਾ ਹੈ। ਡੰਡੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰ ਸਿੱਖੀ ਬਰੀਕ ਹੈ, ਸਿਲ ਚੱਟਣ ਫਿੱਕੀ। ਡੰਡੀ ਇਹਨਾਂ ਉਚਤਮ ਵਾਕਾਂ 'ਚੋਂ ਹੀ ਸ਼ਹੀਦੀ ਮਾਰਗ ਦਾ ਪੰਧ ਅਲੌਕਿਤ ਹੁੰਦਾ ਹੈ। ਡੰਡੀ ਸ਼ਹੀਦ ਆਪਣੇ ਗੁਰੂ ਖਾਤਰ ਜਾਂ ਉਹਨਾਂ ਵੱਲੋਂ ਦਰਸਾਏ ਅਸੂਲਾਂ ਜਾਂ ਆਦਰਸ਼ਾਂ ਖਾਤਰ ਆਪਣਾ ਸੀਸ ਭੇਟ ਕਰ ਦਿੰਦਾ ਹੈ, ਪਰ ਸੀ ਨਹੀਂ ਉਚਾਰਦਾ। ਡੰਡੀ ਉਸ ਲਈ ਤਾਂ ਜਿਉਣਾ ਝੂਠ ਅਤੇ ਮਰਨਾ ਸੱਚ ਹੈ, ਆਨੰਦ ਦੇਣ ਵਾਲਾ ਹੈ। ਡੰਡੀ ਪਾਰਾ ਯੋਧੇ ਜ਼ਾਲਮ ਹਕੂਮਤ ਦੇ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਗਰੀਬਾਂ ਅਤੇ ਮਜ਼ਲੂਮਾਂ ਦੀ ਰਾਖੀ ਲਈ ਆਪਣੇ ਸਰੀਰ 'ਤੇ ਅਸਹਿ ਕਸ਼ਟ ਸਹਿ ਕੇ ਵੀ ਆਪਣੀਆਂ ਜਿੰਦਾਂ ਹੱਸ ਹੱਸ ਕੇ ਵਾਰ ਦਿੰਦੇ ਹਨ। ਡੰਡੀ ਸਿੱਖ ਇਤਿਹਾਸ ਵੀ ਅਜਿਹੀਆਂ ਮਹਾਨ ਸ਼ਹਾਦਤਾਂ ਦੀ ਗਾਥਾ ਬਿਆਨ ਕਰਦਾ ਹੈ। ਡੰਡੀ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਬਲੀਦਾਨ ਤੋਂ ਲੈ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਬੰਦਾ ਬਹਾਦਰ ਨਾਲ ਸ਼ਹੀਦ ਹੋਏ 440 ਸਿਰਲੱਥ ਯੋਧਿਆਂ, ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ
ਸ਼ਾਹਬਾਜ਼ ਸਿੰਘ ਤੇ ਬਾਬਾ ਦੀਪ ਸਿੰਘ ਤੋਂ ਲੈ ਕੇ ਨਾਮਧਾਰੀ ਸਤਿਗੁਰੂ ਰਾਮ ਸਿੰਘ ਦੇ ਵਰਸੋਏ ਕਈ ਮਹਾਨ ਸ਼ਹੀਦਾਂ ਸਮੇਤ ਅਮਰ ਸ਼ਹੀਦਾਂ ਦੀ ਗਿਣਤੀ 812 ਤੋਂ ਵੀ ਵੱਧ ਬਣਦੀ ਹੈ। ਡੰਡੀ ਸਿੱਖ ਇਤਿਹਾਸ ਵਿੱਚ ਮਹਾਨ ਸ਼ਹਾਦਤਾਂ ਦਾ ਢੰਗ ਵਿਲੱਖਣ, ਇੱਕ ਦੂਜੇ ਤੋਂ ਵੱਖਰਾ ਤੇ ਦਿਲ ਕੰਬਾਊ ਸੀ। ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਵੀਆਂ ਉੱਤੇ ਬਹਿ ਕੇ ਰੇਤ ਦੇ ਕੜਛੇ ਸਿਰ 'ਤੇ ਪਵਾਏ ਅਤੇ ਸਮੁੱਚੀ ਕਾਇਨਾਤ ਦੀ ਇੱਜ਼ਤ ਤੇ ਅਣਖ ਦੇ ਰਖਵਾਲੇ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਬਰ ਜ਼ੁਲਮ ਅਤਿਆਚਾਰ 'ਤੇ ਠੱਲ ਪਾਉਣ ਲਈ ਅਤੇ ਤਿਲਕ ਜੰਝੂ ਦੀ ਰੱਖਿਆ ਹਿੱਤ ਚਾਂਦਨੀ ਚੌਂਕ ਵਿਖੇ ਸੀਸ ਨੂੰ ਧੜ ਨਾਲੋਂ ਵੱਖਰਾ ਕਰਕੇ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ। ਡੰਡੀ ਧਰਮ ਤੇ ਦੇਸ਼ ਦੀ ਖਾਤਰ ਨਿੱਕੀ ਉਮਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਜੋ ਮਹਾਨ ਬਲੀਦਾਨ ਦਿੱਤਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਵੇਲੇ ਵੀ ਜ਼ੁਬਾਨ ਕੰਬਣ ਲੱਗ ਪੈਂਦੀ ਹੈ, ਜਿਸ ਦੀ ਮਿਸਾਲ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਡੰਡੀ ਭਾਈ ਦਿਆਲਾ ਤੇਗ ਵਿੱਚ ਉਬਲ ਰਿਹਾ ਸੀ ਅਤੇ ਰਸਨਾ ਤੋਂ ਆਪਣੇ ਪਿਆਰੇ ਸਤਿਗੁਰੂ ਦਾ ਨਾਮ ਜਪ ਰਿਹਾ ਸੀ। ਡੰਡੀ ਭਾਈ ਤਾਰੂ ਸਿੰਘ ਵਰਗੇ ਖੋਪਰ ਲੁਹਾ ਕੇ ਵੀ ਸ਼ਾਂਤ ਚਿੱਤ ਅਡੋਲ ਆਪਣੇ ਸਤਿਗੁਰੂ ਦਾ ਭਾਣਾ ਮੰਨ ਰਹੇ ਸਨ। ਡੰਡੀ ਭਾਈ ਮਣੀ ਸਿੰਘ ਨੇ ਆਪਣੇ ਬੰਦ ਕਟਵਾ ਕੇ ਵੀ ਸੀ ਤੱਕ ਨਹੀਂ ਕੀਤਾ, ਸਗੋਂ ਇਹ ਆਪਣੇ ਪਿਆਰੇ ਦਾ ਸ਼ੁਕਰਾਨਾ ਕਰਦੇ ਰਹੇ। ਡੰਡੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਆਪਣੇ ਆਪ 'ਚ ਇੱਕ ਮਿਸਾਲ ਹੈ। ਡੰਡੀ ਮਹਿਤਾਬ ਸਿੰਘ, ਸੁੱਖਾ ਸਿੰਘ, ਬਾਬਾ ਦੀਪ ਸਿੰਘ, ਸੁਬੇਗ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਵਾਲੇ ਨੇ ਆਪਣਾ ਬਲੀਦਾਨ ਦੇ ਕੇ ਸੁੱਤੀ ਕੌਮ ਨੂੰ ਹਲੂਣਿਆ। ਡੰਡੀ ਨਾਮਧਾਰੀ ਸ਼ਹੀਦਾਂ ਬਹੀਲਾ ਸਿੰਘ, ਹਾਕਮ ਸਿੰਘ, ਸੂਬਾ ਲਹਿਣਾ ਸਿੰਘ, ਫਤਿਹ ਸਿੰਘ, ਸੂਬਾ ਗਿਆਨੀ ਰਤਨ ਸਿੰਘ, ਹੀਰਾ ਸਿੰਘ, ਗੁਰਮੁਖ ਸਿੰਘ, ਮੰਗਲ ਸਿੰਘ, ਮਸਤਾਨ ਸਿੰਘ, ਵਰਿਆਮ ਸਿੰਘ, ਕਾਕਾ ਬਿਸ਼ਨ ਸਿੰਘ ਆਦਿ ਨੇ ਲੁਧਿਆਣਾ, ਰਾਏਕੋਟ, ਮਲੇਰਕੋਟਲੇ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਗਊ ਗਰੀਬ ਤੇ ਦੇਸ਼ ਦੀ ਆਜ਼ਾਦੀ ਲਈ ਆਪਣੇ ਗਲੇ ਵਿੱਚ ਆਪ ਫਾਹੀ ਦੇ ਫੰਦਿਆਂ ਨੂੰ ਪਾ ਅਤੇ ਤੋਪਾਂ ਸਾਵੇਂ ਖੜ੍ਹੇ ਹੋ ਕੇ ਆਪਣੇ ਜਿਸਮ ਦੇ ਫੀਤੇ ਕਰਵਾ ਕੇ ਬੇਮਿਸਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ। ਡੰਡੀ ਭਾਵੇਂ ਇਹਨਾਂ ਮਹਾਨ ਸ਼ਹਾਦਤਾਂ ਪਿੱਛੇ ਵਿਦੇਸ਼ੀ ਹਕੂਮਤ ਦੀ ਤਾਨਾਸ਼ਾਹੀ ਤੇ ਆਪਣਿਆਂ ਦੀ ਗਦਾਰੀ ਵੀ ਮੁੱਖ ਕਾਰਨ ਸੀ, ਪਰ ਇਹਨਾਂ ਸਾਰੇ ਪੜਾਵਾਂ 'ਚੋਂ ਲੰਘ ਕੇ ਬੜੀ ਸ਼ਿੱਦਤ ਨਾਲ ਗੁਰੂ ਸਾਹਿਬਾਨ ਦੇ ਮਹਾਨ ਉਪਕਾਰਾਂ ਸਦਕਾ ਇੱਕ ਤਰਾਸ਼ੀ ਹੋਈ ਹੀਰੇ ਵਰਗੀ ਸਿੱਖ ਕੌਮ ਹੋਂਦ ਵਿੱਚ ਆਈ, ਜਿਸ ਦੀ ਸਮੁੱਚੇ ਵਿਸ਼ਵ 'ਚੋਂ ਨਿਆਰੀ ਅਤੇ ਵੱਖਰੀ ਪਛਾਣ ਹੈ। ਡੰਡੀ ਸਿੱਖ ਅੱਜ ਵੀ ਜ਼ੁਲਮਾਂ ਦਾ ਟਾਕਰਾ ਕਰਨ ਤੇ ਮਜ਼ਲੂਮਾਂ ਦੀ ਰਾਖੀ
ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡੈਂਡੀ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਉਪਕਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਡੈਂਡੀ ਅੱਜ ਸਾਨੂੰ ਲੋੜ ਹੈ ਆਪਣਾ ਆਪ ਪਛਾਣਨ ਦੀ ਅਤੇ ਆਪਣੇ ਅੰਦਰ ਸਵੈਮਾਨ ਲਿਆਉਣ ਦੀ। ਡੈਂਡੀ ਸਿੱਖਾਂ ਦੇ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੰਬੰਧੀ 10ਵਾਂ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਆਪ ਜੀ ਦਾ ਪ੍ਰਕਾਸ਼ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਿਵਾਸ ਅਸਥਾਨ ਸੀਸ ਮਹਿਲ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਸਾਵਣ ਵਦੀ 10 ਸੰਮਤ 1773 ਮੁਤਾਬਕ 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਡੈਂਡੀ ਆਪ ਜੀ ਨੇ ਛੋਟੀ ਉਮਰੇ ਲੋਕ ਭਲਾਈ ਲਈ ਵੱਡੇ ਕਾਰਜ ਕੀਤੇ। ਡੈਂਡੀ ਆਪ ਜੀ ਬਾਰੇ ਡਾਕਟਰ ਹਰਨਾਮ ਸਿੰਘ ਸ਼ਾਨ ਲਿਖਦੇ ਹਨ, ਇਸ ਇਨਕਲਾਬੀ ਤੇ ਲੋਕ ਹਿਤੈਸ਼ੀ ਲਹਿਰ ਦੇ ਵੇਗ ਨੂੰ ਆਪਣੇ ਮੂਲ ਰੂਪ ਤੇ ਜੋਸ਼ ਵਿੱਚ ਝੱਲਦਾ ਵਿਗਸਦਾ ਰੱਖਣ ਲਈ ਜੋ ਸੂਝ ਸਿਆਣਪ ਦਲੇਰੀ ਦੂਰ ਅੰਦੇਸ਼ੀ ਹਿੰਮਤ ਗੁਰੂ ਹਰਿਕ੍ਰਿਸ਼ਨ ਜੀ ਨੇ ਵਰਤੀ, ਉਹ ਵੀ ਸਿੱਖ ਧਰਮ ਵਿੱਚ ਚੜ੍ਹਦੀ ਕਲਾ ਦੇ ਸੰਕਲਪ ਤੇ ਪਰੰਪਰਾ ਦਾ ਇੱਕ ਮਹਾਨ ਅਦੁੱਤੀ ਕ੍ਰਿਸ਼ਮਾ ਹੈ। ਡੈਂਡੀ ਰਾਮ ਰਾਏ ਦੀ ਨੀਤੀ ਬਾਰੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਸੰਗਤ ਨੂੰ ਸੁਚੇਤ ਕਰ ਦਿੱਤਾ ਸੀ ਤੇ ਨਾਲ ਹੀ ਹੁਕਮ ਕੀਤਾ ਸੀ ਕਿ ਸਾਡੀ ਜੋਤ ਮਾਨਵਤਾ ਨੂੰ ਰੱਬੀ ਗਿਆਨ ਦਾ ਚਾਨਣਾ ਵੰਡੇਗੀ ਤੇ ਇਹ ਹੀ ਸ਼੍ਰੀ ਹਰਿਕ੍ਰਿਸ਼ਨ ਵਿੱਚ ਪ੍ਰਜਵਲਿਤ ਹੋਵੇਗੀ। ਡੈਂਡੀ ਸੰਗਤ ਨੂੰ ਹੁਕਮ ਹੋਇਆ ਕਿ ਸ਼੍ਰੀ ਹਰਿਕ੍ਰਿਸ਼ਨ ਨੂੰ ਹੀ ਗੁਰੂ ਸਮਝਣਾ ਤੇ ਰਾਮ ਰਾਏ ਦੀਆਂ ਕੁਚਾਲਾਂ ਤੋਂ ਬਚ ਕੇ ਰਹਿਣਾ। ਡੈਂਡੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਨ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ। ਡੈਂਡੀ ਆਪ ਜੀ ਦੀ ਉਮਰ ਉਸ ਵੇਲੇ ਕੇਵਲ 5.25 ਸਾਲ ਸੀ। ਡੈਂਡੀ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਆਪ ਜੀ ਸਭ ਤੋਂ ਛੋਟੀ ਉਮਰ ਦੇ ਗੁਰੂ ਬਣੇ ਅਤੇ ਉਸੇ ਮਿਸ਼ਨ ਨੀਤੀ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਆਰੰਭੀ ਗਈ ਸੀ। ਪਰ ਦੂਜੇ ਪਾਸੇ ਰਾਮ ਰਾਏ ਗੱਦੀ 'ਤੇ ਹੱਕ ਜਤਾਉਣ ਲਈ ਔਰੰਗਜ਼ੇਬ ਤੇ ਉਸ ਦੇ ਅਹਿਲਕਾਰਾਂ ਕੋਲੋਂ ਚਾਲਾਂ ਚੱਲ ਕੇ ਗੱਦੀ ਹਾਸਲ ਕਰਨ ਲਈ ਤੇਜ਼ ਤਰਾਰ ਤਰੀਕੇ ਨਾਲ ਹੱਥ ਪੈਰ ਮਾਰ ਰਿਹਾ ਸੀ। ਡੈਂਡੀ ਔਰੰਗਜ਼ੇਬ ਵੀ ਦੋਵੇਂ ਭਰਾਵਾਂ ਵਿਚਲੀ ਦੁਫੇੜ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਸੀ। ਡੈਂਡੀ ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਪ੍ਰਗਟ ਕੀਤੇ ਹਨ। ਡੈਂਡੀ ਡਾਕਟਰ ਹਰੀ ਰਾਮ ਗੁਪਤਾ ਅਨੁਸਾਰ ਔਰੰਗਜ਼ੇਬ ਕੂਟਨੀਤੀ ਦੇ ਹੁਨਰ ਦਾ ਉਸਤਾਦ ਸੀ ਤੇ ਉਹ ਦੋਵਾਂ ਭਰਾਵਾਂ ਦੇ ਇਸ ਵਖਰੇਵੇਂ ਕਾਰਨ ਸਿੱਖ ਲਹਿਰ ਨੂੰ ਕੁਚਲਣ ਲਈ ਰਾਮ ਰਾਏ ਨੂੰ ਵਰਤਣ ਵਾਸਤੇ ਬੜਾ ਹੀ ਚਾਹਵਾਨ ਸੀ। ਡੈਂਡੀ ਪ੍ਰੋਫੈਸਰ ਕਰਤਾਰ ਸਿੰਘ ਅਨੁਸਾਰ ਔਰੰਗਜ਼ੇਬ ਬੜਾ ਚਾਲਬਾਜ਼ ਤੇ ਫਰੇਬੀ ਸੀ। ਡੈਂਡੀ ਉਸ ਨੇ ਸੋਚਿਆ ਕਿ ਵੱਡਾ
ਭਰਾ ਤਾਂ ਮੇਰੇ ਹੱਥ ਵਿੱਚ ਹੈ, ਛੋਟੇ ਨੂੰ ਡਰਾ ਧਮਕਾ ਕੇ ਵੱਸ 'ਚ ਕਰ ਲਿਆ ਜਾਵੇ ਤਾਂ ਜੋ ਇਸਲਾਮ ਦੇ ਪ੍ਰਚਾਰ ਪ੍ਰਸਾਰ ਦਾ ਰਾਹ ਸਾਫ਼ ਹੋ ਜਾਵੇ। ਡੰਡੀ। ਅਖੀਰ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਣ ਦਾ ਫੈਸਲਾ ਕਰ ਲਿਆ। ਡੰਡੀ। ਗੁਰੂ ਜੀ ਔਰੰਗਜ਼ੇਬ ਦੇ ਮੱਥੇ ਤੱਕ ਨਹੀਂ ਸੀ ਲੱਗਣਾ ਚਾਹੁੰਦੇ। ਡੰਡੀ। ਰਾਮ ਰਾਏ ਪੂਰੀ ਸਰਗਰਮੀ ਨਾਲ ਚਾਲਬਾਜ਼ੀ ਖੇਡ ਰਿਹਾ ਸੀ ਕਿ ਕਿਸੇ ਤਰ੍ਹਾਂ ਵੀ ਗੁਰਗੱਦੀ ਮੇਰੇ ਹੱਥ ਲੱਗ ਜਾਵੇ। ਡੰਡੀ। ਭਾਵੇਂ ਰਾਮ ਰਾਏ ਔਰੰਗਜ਼ੇਬ ਨੂੰ ਅਹਿਲਕਾਰਾਂ ਰਾਹੀਂ ਕਈ ਤਰ੍ਹਾਂ ਦੇ ਮਸ਼ਵਰੇ ਸਲਾਹਾਂ ਦੇ ਰਿਹਾ ਸੀ, ਪਰ ਔਰੰਗਜ਼ੇਬ ਨੂੰ ਫਿਰ ਵੀ ਪਤਾ ਸੀ ਕਿ ਗੁਰੂ ਹਰਿਰਾਏ ਸਾਹਿਬ ਜੋ ਨਸੀਹਤ ਦੇ ਗਏ ਹਨ, ਮੇਰੇ ਸੱਦੇ 'ਤੇ ਸ੍ਰੀ ਹਰਿਕ੍ਰਿਸ਼ਨ ਜੀ ਦਿੱਲੀ ਨਹੀਂ ਆਉਣ ਲੱਗੇ। ਡੰਡੀ। ਉਸ ਨੇ ਰਾਜਾ ਜੈ ਸਿੰਘ ਨੂੰ ਵਰਤ ਲਿਆ। ਡੰਡੀ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਪੱਤਰ ਲਿਖ ਕੇ ਕੀਰਤਪੁਰ ਸਾਹਿਬ ਅਹਿਲਕਾਰ ਰਾਹੀਂ ਭੇਜਿਆ। ਡੰਡੀ। ਇਸੇ ਸਮੇਂ ਹੀ ਦਿੱਲੀ ਦੀ ਸੰਗਤ ਨੇ ਬੇਨਤੀ ਪੱਤਰ ਗੁਰੂ ਜੀ ਵੱਲ ਭੇਜਿਆ ਕਿ ਰਾਮ ਰਾਏ ਬਹੁਤ ਕੁਚਾਲਾਂ ਚੱਲ ਰਿਹਾ ਹੈ, ਇਸ ਦੀ ਹਨੇਰਗਰਦੀ ਤੋਂ ਪਰਦਾ ਚੁੱਕਣ ਲਈ ਤੁਸੀਂ ਦਿੱਲੀ ਜ਼ਰੂਰ ਆਓ। ਡੰਡੀ। ਗੁਰੂ ਜੀ ਨੇ ਔਰੰਗਜ਼ੇਬ ਦੇ ਸੱਦੇ ਨੂੰ ਅਪਰਵਾਨ ਕਰਦਿਆਂ ਤੇ ਸੰਗਤ ਦੀ ਬੇਨਤੀ ਨੂੰ ਮੰਨਦਿਆਂ ਦਿੱਲੀ ਆਉਣਾ ਕੀਤਾ। ਡੰਡੀ। ਜਦ ਗੁਰੂ ਜੀ ਦਿੱਲੀ ਦੇ ਸਫ਼ਰ ਲਈ ਤੁਰੇ ਤਾਂ ਉਹਨਾਂ ਨਾਲ ਸੰਗਤ ਵੀ ਤੁਰ ਪਈ। ਡੰਡੀ। ਵੱਖ ਵੱਖ ਥਾਈਂ ਪੜਾਅ ਕਰਦਿਆਂ ਆਪ ਜੀ ਅੰਬਾਲੇ ਨਜ਼ਦੀਕ ਪੰਜੋਖਰੇ ਪਿੰਡ ਪੁੱਜੇ। ਡੰਡੀ। ਇੱਥੇ ਮਨਮਾਤੀ ਬ੍ਰਾਹਮਣ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਤੇ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ, ਤੁਸੀਂ ਤਾਂ ਸ਼੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ। ਸ਼੍ਰੀ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਸੀ, ਤੁਸੀਂ ਉਸ ਦੇ ਅਰਥ ਕਰਕੇ ਦੱਸੋ। ਡੰਡੀ। ਉਹਨਾਂ ਪੰਡਿਤ ਨੂੰ ਕਿਹਾ, ਅਸੀਂ ਤਾਂ ਅਕਾਲ ਪੁਰਖ ਦੇ ਹਿਤਕਾਰੀ ਹਾਂ, ਸੇਵਕ ਹਾਂ, ਅਸੀਂ ਕਿਸੇ ਨਾਲ ਜ਼ਿੱਦ ਕੇ ਕੀ ਲੈਣਾ। ਡੰਡੀ। ਤੁਸੀਂ ਪਿੰਡ 'ਚੋਂ ਕਿਸੇ ਵੀ ਸਿੱਖ ਨਾਲ ਵਿਚਾਰ ਚਰਚਾ ਕਰ ਲਵੋ, ਤੁਹਾਡੀ ਮਨੋਕਾਮਨਾ ਪੂਰੀ ਕਰ ਦੇਵੇਗਾ। ਡੰਡੀ। ਪੰਡਿਤ ਪਿੰਡ 'ਚੋਂ ਸੱਜੂ ਰਾਮ ਨਾਂ ਦੇ ਇੱਕ ਬੰਦੇ ਨੂੰ ਲੈ ਆਇਆ। ਡੰਡੀ। ਗੁਰੂ ਜੀ ਨੇ ਸੱਜੂ ਰਾਮ ਦੇ ਸਿਰ ਉੱਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਤੇ ਪੰਡਿਤ ਨੂੰ ਕਿਹਾ ਕਿ ਪੁੱਛੋ ਕੀ ਪੁੱਛਣਾ। ਪ੍ਰਸ਼ਨ ਚਿੰਨ੍ਹ। ਪੰਡਿਤ ਨੇ ਸੱਜੂ ਦੇ ਅਰਥ ਪੁੱਛੇ ਤਾਂ ਸੱਜੂ ਨਿਰਵਿਘਨ ਦੱਸੀ ਗਿਆ। ਡੰਡੀ। ਲਾਲ ਚੰਦ ਪੰਡਿਤ ਦਾ ਹੰਕਾਰ ਚਕਨਾਚੂਰ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨੀ ਢਹਿ ਗਿਆ। ਡੰਡੀ। ਗੁਰੂ ਜੀ ਨੇ ਦਿੱਲੀ ਪੁੱਜ ਕੇ ਰਾਮ ਜੈ ਸਿੰਘ ਦੇ ਬੰਗਲੇ ਵਿੱਚ ਨਿਵਾਸ ਕੀਤਾ। ਡੰਡੀ। ਉੱਥੇ ਹੀ ਸੰਗਤ ਨੂੰ ਸਤ ਸੰਗ ਤੇ ਨਾਮ ਸਿਮਰਨ ਰਾਹੀਂ ਨਿਹਾਲ ਕਰਦੇ ਰਹੇ। ਡੰਡੀ। ਰਾਜਾ ਜੈ ਸਿੰਘ ਨੇ ਯਤਨ ਕੀਤਾ ਕਿ ਗੁਰੂ ਜੀ ਔਰੰਗਜ਼ੇਬ ਨਾਲ ਮੁਲਾਕਾਤ ਕਰਨ, ਪਰ ਉਹਨਾਂ ਜਵਾਬ ਦਿੰਦਿਆਂ ਕਿਹਾ ਕਿ ਮੇਰਾ ਨਾਮ ਸਤਿਨਾਮ ਦਾ ਉਪਦੇਸ਼ ਦੇਣਾ ਤੇ ਪ੍ਰਚਾਰ ਕਰਨਾ ਹੈ। ਬਾਦਸ਼ਾਹ ਨੇ ਮੈਥੋਂ ਤੇ ਮੈਂ ਉਸ ਤੋਂ ਕੀ ਲੈਣਾ ਹੈ। ਡੰਡੀ। ਔਰੰਗਜ਼ੇਬ ਦਾ ਵੱਡਾ ਸਾਹਿਬਜ਼ਾਦਾ ਮੁਅੱਜ਼ਮ ਗੁਰੂ ਜੀ ਦੀ ਮਾਣ ਮਹੱਤਤਾ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਦਰਸ਼ਨਾਂ ਲਈ ਆਪ ਚੱਲ ਕੇ ਆਇਆ ਸੀ। ਡੰਡੀ। ਉਸ ਨੇ
ਰਾਮ ਰਾਏ ਵੱਲੋਂ ਗੁਰਗੱਦੀ ਤੇ ਦਾਅਵੇ ਦੀ ਗੱਲ ਕੀਤੀ ਡੰਡੀ। ਗੁਰੂ ਦੇਵ ਨੇ ਉਸ ਨੂੰ ਵੀ ਕਹਿ ਭੇਜਿਆ ਸੀ ਕਿ ਗੁਰਗੱਦੀ ਵਿਰਾਸਤ ਜਾਂ ਕਿਸੇ ਦੀ ਮਲਕੀਅਤ ਨਹੀਂ ਡੰਡੀ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਕ ਸਿੱਖ ਨੂੰ ਗੱਦੀ ਸੌਂਪੀ ਸੀ ਡੰਡੀ। ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਡੰਡੀ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ 2 ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਆਈ ਦਿੱਤੀ ਸੀ ਡੰਡੀ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ ਸੀ ਡੰਡੀ। ਗੁਰੂ ਜੀ ਨੇ ਜੋ ਯੋਗ ਸਮਝਿਆ ਉਹੀ ਕੀਤਾ ਹੈ ਡੰਡੀ। ਰਾਮ ਰਾਏ ਨੇ ਗੁਰੂ ਆਸ਼ੇ ਦੇ ਉਲਟ ਕਾਰਜ ਕੀਤਾ ਹੈ, ਉਸ ਦੀ ਗੱਦੀ ਨਹੀਂ ਮਿਲੀ ਡੰਡੀ। ਔਰੰਗਜ਼ੇਬ ਨੇ ਗੁਰੂ ਜੀ ਦੇ ਬਚਨ ਸੁਣ ਕੇ ਰਾਮ ਰਾਏ ਦੀ ਅਰਜੀ ਖਾਰਜ ਕਰ ਦਿੱਤੀ ਡੰਡੀ। ਰਾਮ ਰਾਏ ਨਾਲ ਕੋਈ ਬੇਇਨਸਾਫੀ ਨਹੀਂ ਹੋਈ। ਹਕੂਮਤ ਕਿਸੇ ਨੂੰ ਗੱਦੀ ਨਹੀਂ ਦਿਵਾ ਸਕਦੀ ਡੰਡੀ। ਜੋ ਚੋਣ 7ਵੇਂ ਗੁਰੂ ਸਾਹਿਬ ਕਰ ਗਏ ਹਨ ਉਸ ਨੂੰ ਬਦਲਣਾ ਸਾਡੇ ਵੱਸ ਦੀ ਗੱਲ ਨਹੀਂ ਡੰਡੀ। ਗੁਰੂ ਜੀ ਇਸਲਾਮ ਦੀ ਰਾਜਧਾਨੀ ਵਿੱਚ ਉਸ ਨਾਨਕ ਦੇ ਘਰ ਦਾ ਪ੍ਰਚਾਰ ਨਿਡਰਤਾ, ਦ੍ਰਿੜਤਾ ਤੇ ਅਡੋਲਤਾ ਨਾਲ ਕਰਦੇ ਰਹੇ ਡੰਡੀ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਕਥਨੀ ਕਰਨੀ, ਰਹਿਣੀ ਬਹਿਣੀ ਤੇ ਉਪਦੇਸ਼ਾਂ ਰਾਹੀਂ ਸਧਾਰਨ ਮਨੁੱਖ ਦੀਆਂ ਸੁੱਤੀਆਂ ਕਲਾ ਜਗਾ ਕੇ ਉਸ ਦੇ ਤਨ ਮਨ ਵਿੱਚ ਅਗੰਮੀ ਰੂਹ ਫੂਕ ਕੇ ਕਾਇਆ ਕਲਪ ਕੀਤੀ ਡੰਡੀ। ਪੌਣੇ 8 ਕੁ ਵਰ੍ਹਿਆਂ ਦੇ ਬਾਲ ਗੁਰੂ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਤੇ ਪਰੰਪਰਾ ਨੂੰ ਕਾਇਮ ਰੱਖਦਿਆਂ ਸਾਰੇ ਗੁਰੂ ਦੋਖੀਆਂ ਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਤੇ ਆਸਾਂ ਉਮੀਦਾਂ ਤੇ ਪਾਣੀ ਫੇਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਡੰਡੀ। 2.5 ਕੁ ਸਾਲ ਦੀ ਗੁਰਆਈ ਦੌਰਾਨ ਉਹਨਾਂ ਵੱਲੋਂ ਕੀਤੇ ਗਏ ਕਈ ਮਹੱਤਵਪੂਰਨ ਕਾਰਜ ਉਹਨਾਂ ਦੀ ਦੂਰਦਰਸ਼ਤਾ, ਨਿਰਭੈਤਾ ਤੇ ਸੂਰਬੀਰਤਾ ਦੀ ਮਿਸਾਲ ਹਨ, ਜਿਸ ਕਰਕੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਹਰਿਕ੍ਰਿਸ਼ਨ ਭਿਓ ਅਸ਼ਟਮ ਬਲਬੀਰਾ ਲਿਖਿਆ ਹੈ ਡੰਡੀ। ਗੁਰੂ ਜੀ ਨੇ ਤਾਪ ਆ ਜਾਣ ਦੇ ਨਾਲ ਹੀ ਚੇਚਕ ਵੀ ਨਿਕਲ ਆਈ ਡੰਡੀ। ਸੰਗਤ ਡੋਲ ਗਈ ਡੰਡੀ। ਗੁਰੂ ਜੀ ਨੇ ਸਭ ਨੂੰ ਧੀਰਜ ਦਿੰਦਿਆਂ ਵਾਹਿਗੁਰੂ ਦਾ ਹੁਕਮ ਸੱਤ ਕਰ ਮੰਨਣ ਦਾ ਉਪਦੇਸ਼ ਦਿੱਤਾ ਡੰਡੀ। ਸੰਗਤ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ, ਤੁਹਾਡਾ ਵੱਡਾ ਭਰਾ ਰਾਮ ਰਾਏ ਗੋਦਾਂ ਗੁੰਦੀ ਜਾ ਰਿਹਾ ਹੈ ਕਿ ਪੰਜਾਬ ਵਿੱਚ ਧੀਰਮੱਲ ਤੇ ਸੋਢੀ ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ ਡੰਡੀ। ਤੁਹਾਡੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਸਭ ਗੁਰੂ ਬਣ ਕੇ ਬੈਠ ਜਾਣਗੇ। ਸਾਨੂੰ ਕਿਸੇ ਮਾਰਗ ਪਾਓ। ਤੇ ਗੁਰੂ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਜੋਤ ਇਵੇਂ ਜਗਦੀ ਰਹੇਗੀ ਡੰਡੀ। ਅਖੀਰ ਗੁਰੂ ਜੀ 3 ਵਾਰ ਬਾਂਹ ਉਲਾਰ ਕੇ ਬਾਬਾ ਬਕਾਲੇ ਦੀ ਦੱਸ ਪਾਉਂਦਿਆਂ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਡੰਡੀ। ਆਪ ਜੀ ਦਾ ਸਤਿਕਾਰ ਯਮੁਨਾ ਨਦੀ ਦੇ ਕੰਢੇ ਉਸ ਸਥਾਨ ਉੱਤੇ ਕੀਤਾ ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ ਡੰਡੀ। ਆਪ ਜੀ ਦੇ ਨਿਵਾਸ ਸਥਾਨ ਵਾਲੇ ਬੰਗਲੀ ਵਾਲੀ ਥਾਂ 'ਤੇ ਹੁਣ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸ਼ੋਭਾਇਮਾਨ ਹੈ ਡੰਡੀ।